ਹੈਲੋ ਸਟੂਡੈਂਟਸ, ਗੁੱਡ ਮੋਰਨਿੰਗ। ਅੱਜ ਆਪਾਂ ਤੁਹਾਡੇ ਨਿਊਟਰੀਐਂਟਸ ਦੀ ਐਕਸਪਲੇਨੇਸ਼ਨ ਕਰ ਰਹੇ ਹਾਂ, ਯਾਨੀ ਇਹਨਾਂ ਦੀ ਆਪਾਂ ਡਿਟੇਲ 'ਚ ਗੱਲ ਕਰਾਂਗੇ। ਇਸ ਵਿੱਚ ਕਰਾਂਗੇ ਮਤਲਬ ਨਿਊਟਰੀਐਂਟਸ ਕੀ ਨੇਗੇ, ਉਹਨਾਂ ਦੇ ਸੋਰਸ ਕੀ ਆ, ਫੰਕਸ਼ਨ ਕੀ ਆ, ਅਤੇ ਉਹਨਾਂ ਦੀ ਡੇਲੀ ਰਿਕੁਆਇਰਮੈਂਟ ਪਰ ਪਰਸਨ ਕਿੰਨੀ ਹੁੰਦੀ ਆ। ਸੋ ਸਟਾਰਟ ਕਰਦੇ ਹਾਂ। ਜਿੱਦਾਂ ਕਿ ਮੈਂ ਤੁਹਾਨੂੰ ਕੱਲ੍ਹ ਵਾਲੇ ਵੀਡੀਓ 'ਚ ਦੱਸਿਆ ਸੀ, ਨਿਊਟਰੀਐਂਟਸ ਦੀਆਂ 6 ਟਾਈਪਸ ਹੁੰਦੀਆਂ ਨੇ: ਵਾਟਰ, ਮਿਨਰਲ, ਪ੍ਰੋਟੀਨ, ਵਿਟਾਮਿਨਸ, ਕਾਰਬੋਹਾਈਡਰੇਟਸ ਔਰ ਫੈਟਸ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅੱਜ ਪ੍ਰੋਟੀਨ ਦੀ। ਪ੍ਰੋਟੀਨ ਕੀ ਆ? ਪ੍ਰੋਟੀਨ ਗ੍ਰੀਕ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਪ੍ਰਮੁੱਖ ਹੈ, ਅਤੇ ਇਹ ਕੀ ਹੁੰਦਾ ਗਾ, ਜਿਹੜੀ ਨਿਊਟਰੀਐਂਟ ਡਾਈਟ ਦੇ ਪੌਸ਼ਟਿਕ ਖੁਰਾਕ ਹੈਗੀ ਉਸ ਦੇ ਸਭ ਤੋਂ ਜ਼ਰੂਰੀ ਪੌਸ਼ਟਿਕ ਤੱਤ ਮੰਨਿਆ ਜਾਂਦਾ ਗਾ। ਅਤੇ ਪ੍ਰੋਟੀਨ ਵਿੱਚ ਕੀ ਹੁੰਦਾ ਗਾ, ਇਹ ਅਮੀਨੋ ਐਸਿਡ ਦੀ ਫੋਰਮ ਦੇ ਰੂਪ ਵਿੱਚ ਹੁੰਦੇ ਹੈਗੇ। ਜਿਹੜੇ ਅਮੀਨੋ ਐਸਿਡ ਹੁੰਦੇ ਆ ਉਹ ਕਿੱਥੋਂ, ਉਹ ਕੰਪਲੈਕਸ ਕਾਰਬੋਨਿਕ ਐਸਿਡ ਦੇ ਮਿਸ਼ਰਣ ਤੋਂ ਬਣੇ ਹੁੰਦੇ ਨੇ। ਉਸ ਵਿੱਚ ਕੀ ਹੁੰਦਾ, ਕਾਰਬਨ ਹੁੰਦੀ ਆ, ਆਕਸੀਜਨ, ਹਾਈਡਰੋਜਨ ਐਂਡ ਨਾਈਟ੍ਰੋਜਨ। ਪ੍ਰੋਟੀਨ ਕੀ ਹੁੰਦੇ ਹੈਗੇ, ਵੱਖ ਵੱਖ ਪ੍ਰਕਾਰ ਦੇ 22 ਤਰ੍ਹਾਂ ਦੇ ਅਮੀਨੋ ਐਸਿਡ ਪ੍ਰਾਪਤ ਹੁੰਦੇ ਆ ਪ੍ਰੋਟੀਨ ਤੋਂ, ਅਤੇ ਜਿਹੜੇ 8 ਹੁੰਦੇ ਉਹਨਾਂ ਲਈ ਉਹ ਬਹੁਤ ਜ਼ਰੂਰੀ ਹੁੰਦੇ ਆ, ਕਿਉਂਕਿ ਇਹ ਜਿਹੜੇ ਹੁੰਦੇ ਆ ਇਹ ਮਨੁੱਖੀ ਸਰੀਰ ਵਿੱਚ ਨਹੀਂ ਬਣਦੇ। ਅਤੇ ਇਹਨਾਂ ਨੂੰ ਕੀ ਕੀਤਾ ਜਾਂਦਾ ਗਾ, ਜਿਹੜੀ ਮਤਲਬ ਡਾਈਟ ਹੁੰਦੀ ਆ ਉਹ ਅੱਛੀ ਡਾਈਟ ਸਿਰਫ ਉਹਦੇ ਰਾਹੀਂ ਹੀ ਬੋਡੀ 'ਚ ਪ੍ਰਾਪਤ ਕੀਤਾ ਜਾ ਸਕਦਾ ਗਾ। ਹੁਣ ਗੱਲ ਕਰਦੇ ਹਾਂ ਆਪਾਂ ਪ੍ਰੋਟੀਨ ਦੇ ਕੰਮਾਂ ਬਾਰੇ, ਯਾਨੀ ਫੰਕਸ਼ਨਸ ਆਫ ਪ੍ਰੋਟੀਨ। ਇਹ ਕੀ ਹੁੰਦਾ, ਪ੍ਰੋਟੀਨ ਕੀ ਹੈਗਾ, ਸਰੀਰ ਦੇ ਵਾਧੇ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਹ ਟਿਸ਼ੂਆਂ ਅਤੇ ਸੈੱਲਾਂ ਨੂੰ ਬਣਾਉਣ ਅਤੇ ਉਹਨਾਂ ਦੇ ਵਾਧੇ ਅਤੇ ਵਿਕਾਸ ਅਤੇ ਉਹਨਾਂ ਦੀ ਮੁਰੰਮਤ ਲਈ ਜ਼ਰੂਰੀ ਹੁੰਦਾ ਗਾ। ਇਹ ਬੋਡੀ ਵਿੱਚ ਊਰਜਾ ਪੈਦਾ ਕਰਦਾ ਗਾ, ਅਤੇ ਇਹ ਕੀ ਹੁੰਦਾ ਗਾ, ਆਟੋਮੈਟਿਕ ਪ੍ਰੈਸ਼ਰ ਨੂੰ ਨੋਰਮਲ ਰੱਖਦਾ ਗਾ। ਸੋ ਇਹ ਤਾਂ ਸੀ ਫੰਕਸ਼ਨ ਆਫ ਪ੍ਰੋਟੀਨ। ਹੁਣ ਗੱਲ ਕਰਦੇ ਹਾਂ ਸੋਰਸਿਸ ਆਫ ਪ੍ਰੋਟੀਨ ਦੇ। ਇੱਥੇ ਕੀ ਹੁੰਦਾ ਗਾ, ਜਿਹੜੇ 2 ਟਾਈਪਸ ਹੁੰਦੇ ਹੈਗੇ ਸੋਰਸਿਸ ਦੀਆਂ। ਪਹਿਲੇ ਫਰੋਮ ਐਨੀਮਲਸ, ਯਾਨੀ ਜਾਨਵਰਾਂ ਤੋਂ ਕੀ ਹੁੰਦਾ ਗਾ, ਮਿਲਕ ਜਾਂ ਦੁੱਧ ਜਾਂ ਦੁੱਧ ਦੇ ਪਦਾਰਥ, ਅੰਡੇ, ਮੀਟ, ਮੱਛੀ ਵਗੈਰਾ। ਫਿਰ ਗੱਲ ਆਉਂਦੀ ਹੈ ਫਰੋਮ ਪਲਾਂਟਸ, ਯਾਨੀ ਪੇੜ ਪੌਦਿਆਂ ਤੋਂ। ਪੇੜ ਪੌਦਿਆਂ ਤੋਂ ਹੁੰਦੇ ਜਿਵੇਂ ਪਲਸ ਹੋ ਗਏ, ਗ੍ਰੇਨਸ, ਅਨਾਜ, ਡਰਾਈ ਫਰੂਟਸ ਵਗੈਰਾ। ਇਸ ਤੋਂ ਬਾਅਦ ਗੱਲ ਕਰਦੇ ਹਾਂ ਰਿਕੁਆਇਰਮੈਂਟ ਆਫ ਪ੍ਰੋਟੀਨ। ਪ੍ਰੋਟੀਨ ਦੀ ਕਿੰਨੀ ਲੋੜ ਹੁੰਦੀ ਹੈ। RDA ਯਾਨੀ ਰਿਕਮੈਂਡ ਡਾਈਟਰੀ ਅਲਾਊਐਂਸ ਦੇ ਅਕੋਰਡਿੰਗ ਕੀ ਹੁੰਦਾ ਹੈਗਾ, ਇੱਕ ਸਿਹਤਮੰਦ ਵਿਅਕਤੀ ਨੂੰ ਉਸਦੇ ਭਾਰ ਦੇ ਕਿਲੋਗ੍ਰਾਮ ਦੇ ਹਿਸਾਬ ਨਾਲ 0.8 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਆ। ਜਿਵੇਂ RDA ਦੇ ਅਨੁਸਾਰ ਜੇਕਰ ਇੱਕ ਵਿਅਕਤੀ ਦਾ ਭਾਰ 91 ਕਿਲੋਗ੍ਰਾਮ ਹੈ ਤਾਂ ਉਸਨੂੰ 73.6 ਗ੍ਰਾਮ ਪ੍ਰੋਟੀਨ ਦੀ ਹਰ ਰੋਜ਼ ਲੋੜ ਹੁੰਦੀ ਆ। ਇਸ ਵਿੱਚ ਕੀ ਹੁੰਦਾ ਗਾ, ਅਲੱਗ ਅਲੱਗ ਇੱਕ ਟੇਬਲ ਬਣਿਆ ਹੁੰਦਾ ਗਾ ਵੀ ਜਿਹੜੇ ਏਜ ਗਰੁੱਪ ਹੁੰਦੇ ਆ ਉਹਨਾਂ ਨੂੰ ਅਲੱਗ ਅਲੱਗ ਪ੍ਰੋਟੀਨ ਦੀ ਰਿਕੁਆਇਰਮੈਂਟ ਹੁੰਦੀ। ਜਿੱਦਾਂ 0 ਤੋਂ 6 ਮਹੀਨਿਆਂ ਦੇ ਬੱਚੇ ਨੂੰ 1.5 ਗ੍ਰਾਮ ਜਾਂ ਕਿਲੋਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈਗੀ। 7 ਤੋਂ 12 ਮਹੀਨਿਆਂ ਦੇ ਨੂੰ 1.5, 1 ਤੋਂ 3 ਸਾਲਾਂ ਦੇ ਨੂੰ 1.1, 4 ਤੋਂ 13 ਸਾਲਾਂ ਦੇ ਨੂੰ 0.95, 14 ਤੋਂ 18 ਸਾਲਾਂ ਦੇ 0.85, 18 ਤੋਂ 59 ਸਾਲ ਦੇ ਨੂੰ 0.8, ਅਤੇ 60 ਸਾਲ ਤੋਂ ਉੱਪਰ ਦੇ ਨੂੰ 0.80 ਤੋਂ 1.36 ਕਿਲੋਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਆ। ਇਸ ਤੋਂ ਇਲਾਵਾ ਜਿਹੜੀ ਪ੍ਰੈਗਨੈਂਟ ਵੂਮੈਨਸ ਹੁੰਦੇ ਆ ਉਹਨਾਂ ਨੂੰ 0.1, ਅਤੇ ਜੋ ਦੁੱਧ ਪਿਲਾਉਂਦੀਆਂ ਮਾਵਾਂ ਉਹਨਾਂ ਨੂੰ ਵੀ 0.1 ਕਿਲੋਗ੍ਰਾਮ ਪ੍ਰੋਟੀਨ ਦੀ ਹਰ ਰੋਜ਼ ਲੋੜ ਹੁੰਦੀ ਆ। ਹੁਣ ਗੱਲ ਕਰਦੇ ਹਾਂ ਕਾਰਬੋਹਾਈਡਰੇਟਸ। ਕਾਰਬੋਹਾਈਡਰੇਟਸ ਦੀ। ਕਾਰਬੋਹਾਈਡਰੇਟ ਕੀ ਹੈਗਾ, ਇਹ ਕੰਪਾਊਂਡ ਮਿਸ਼ਰਣ ਹੈਗਾ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ, ਅਤੇ ਇਹ ਇੱਕ ਜ਼ਰੂਰੀ ਪੌਸ਼ਟਿਕ ਤੱਤ ਹੈਗਾ। ਅਤੇ ਇਸ ਦਾ ਮੁੱਖ ਕੰਮ ਕੀ ਹੁੰਦਾ ਗਾ, ਐਨਰਜੀ ਦਾ ਉਤਪਾਦਨ ਕਰਨਾ, ਯਾਨੀ ਊਰਜਾ ਦਾ ਉਤਪਾਦਨ ਕਰਨਾ ਮਨੁੱਖੀ ਸਰੀਰ ਵਿੱਚ। ਇਹਦੇ ਸੋਰਸਿਸ ਕੀ ਹੁੰਦੇ ਨੇ, ਇਹਦਾ ਬੈਸਟ ਸੋਰਸ ਹੁੰਦੇ ਹੈਗੇ ਕਣਕ। ਕਾਰਬੋਹਾਈਡਰੇਟਸ ਆਰ ਪ੍ਰੋਡਿਊਸ ਬਾਈ ਦਾ ਪ੍ਰੋਸੈਸ ਆਫ ਫੋਸਟੋਨੇਸ਼ਨ। ਇਹ ਕਿਤੇ ਪ੍ਰਕਾਸ਼ ਸੰਸਲੇਸ਼ਨ ਦੁਆਰਾ ਤਿਆਰ ਹੁੰਦੇ ਨੇਗੇ। ਅਤੇ ਇਸਦੇ ਜਿਹੜੇ ਰਿਚ ਸੋਰਸ ਹੁੰਦੇ ਕਾਰਬੋਹਾਈਡਰੇਟਸ ਉਹ ਹੋ ਗਏ, ਜਿਵੇਂ ਕਣਕ, ਆਟਾ,
ਅਨਾਜ, ਦਾਲਾਂ, ਸ਼ੂਗਰ, ਹਨੀ, ਮਾਂ ਦਾ ਦੁੱਧ, ਪੱਕੇ ਗਾਜਰ ਵਗੈਰਾ ਹੋ ਗਏ ਆਦਿ। ਇਸ ਤੋਂ ਬਾਅਦ ਗੱਲ ਕਰਦੇ ਹਾਂ ਫੰਕਸ਼ਨ ਆਫ ਕਾਰਬੋਹਾਈਡਰੇਟਸ। ਫੰਕਸ਼ਨ ਉਸਦੇ ਕੰਮਾਂ ਦੇ। ਇਹ ਕੀ ਕਰਦਾ? ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ, ਫੈਟਸ ਦੇ ਯਾਨੀ ਚਿਕਨਾਈ ਦੇ ਆਕਸੀਡੇਸ਼ਨ ਲਈ ਜ਼ਰੂਰੀ ਹੁੰਦਾ, ਅਤੇ ਇਹ ਜਿਹੜੇ ਜ਼ਰੂਰੀ ਅਮੀਨੋ ਐਸਿਡ ਹੁੰਦੇ ਉਹਨਾਂ ਦੇ ਗਠਨ ਲਈ ਸਹਾਇਕ ਹੁੰਦਾ ਗਾ, ਅਤੇ ਇਹ ਜਿਹੜਾ ਬੋਡੀ ਹੁੰਦੀ ਹੈਗੀ ਉਹਨੂੰ ਐਨਰਜੀ ਪ੍ਰੋਵਾਈਡ ਕਰਦਾ ਤਾਂ ਕਿ ਜਿਹੜੀ ਮਨੁੱਖੀ ਸਰੀਰ ਆ ਉਹ ਆਪਣਾ ਸਹੀ ਢੰਗ ਨਾਲ ਕੰਮ ਕਰਦਾ ਰਹੇ। ਇਸ ਤੋਂ ਬਾਅਦ ਗੱਲ ਕਰਦੇ ਡੈਫੀਸ਼ੈਂਸੀ ਆਫ ਕਾਰਬੋਹਾਈਡਰੇਟਸ, ਯਾਨੀ ਕਾਰਬੋਹਾਈਡਰੇਟਸ ਦੀ ਘਾਟ। ਇਸ ਨਾਲ ਕੀ ਹੁੰਦਾ ਗਾ? ਕਾਰਬੋਹਾਈਡਰੇਟਸ ਦੀ ਘਾਟ ਨਾਲ ਮਾਲ ਨਿਊਟ੍ਰੀਸ਼ਨ ਕੰਪੋਸ਼ਨ ਹੋ ਜਾਂਦਾ ਗਾ। ਇਸ ਦੀ ਘਾਟ ਦੇ ਨਾਲ ਕੀ ਹੁੰਦਾ ਗਾ? ਚਿਹਰੇ 'ਤੇ ਝੋੜਿਆਂ ਵਗੈਰਾ ਹੋ ਜਾਂਦੇ ਹਨ, ਅਤੇ ਉੱਥੇ ਪੋਸੀਬਿਲਿਟੀ ਹੁੰਦੀ ਹੈ ਕਿ ਜਿਹੜਾ ਪਰਸਨ ਹੈਗਾ ਉਹ ਇੱਕ ਬਿਮਾਰੀ ਤੋਂ ਪੀੜਿਤ ਹੋ ਜਾਂਦਾ, ਕੀਟੋਸਿਸ ਨਾਮ ਦੀ ਬਿਮਾਰੀ ਤੋਂ ਪੀੜਿਤ ਹੋ ਜਾਂਦਾ। ਇਹ ਤਾਂ ਸੀ ਡੈਫੀਸ਼ੈਂਸੀ ਆਫ ਕਾਰਬੋਹਾਈਡਰੇਟਸ। ਹੁਣ ਗੱਲ ਕਰਦੇ ਐਕਸੈਸ ਆਫ ਕਾਰਬੋਹਾਈਡਰੇਟਸ, ਯਾਨੀ ਕਾਰਬੋਹਾਈਡਰੇਟਸ ਦੀ ਜ਼ਿਆਦਾ ਮਾਤਰਾ ਲੈਣ ਨਾਲ ਕੀ ਹੁੰਦਾ ਗਾ? ਇਨਡਾਈਜੇਸ਼ਨ ਹੁੰਦਾ, ਅਪਾਚਨ ਹੋ ਜਾਂਦਾ। ਮਤਲਬ ਇਹਦੇ ਵਿੱਚ ਕੀ ਹੁੰਦਾ ਗਾ? ਜਿਹੜਾ ਕਾਰਬੋਹਾਈਡਰੇਟਸ ਆ ਉਹ ਚਿਕਨਾਈ ਵਿੱਚ ਕਨਵਰਟ ਹੋ ਜਾਂਦਾ, ਅਤੇ ਜਿਹੜਾ ਪਰਸਨ ਹੁੰਦਾ ਉਹਦਾ ਵੇਟ ਵੱਧ ਜਾਂਦਾ ਗਾ। ਇਸ ਨਾਲ ਕੀ ਹੁੰਦਾ ਗਾ? ਉਹ ਮਤਲਬ ਕੀ ਹੁੰਦਾ ਗਾ? ਐਕਟਿਵ ਲੈਸ ਫੀਲ ਕਰਦਾ ਗਾ ਅਤੇ ਜਲਦੀ ਹੀ ਥੱਕ ਜਾਂਦਾ ਗਾ। ਹੁਣ ਗੱਲ ਕਰਦੇ ਰਿਕੁਆਇਰਮੈਂਟ ਆਫ ਕਾਰਬੋਹਾਈਡਰੇਟਸ, ਯਾਨੀ ਕਾਰਬੋਹਾਈਡਰੇਟਸ ਦੀ ਕਿੰਨੀ ਲੋੜ ਹੁੰਦੀ ਹੈ। ਇਹ ਹੁੰਦਾ ਗਾ, ਇਹ ਸਿਰਫ ਇਸ ਗੱਲ 'ਤੇ ਨਿਰਭਰ ਕਰਦਾ ਗਾ ਕਿ ਕੋਈ ਪਰਸਨ ਹਰ ਰੋਜ਼ ਕਿੰਨੀਆਂ ਕੈਲੋਰੀਜ਼ ਨੂੰ ਕੰਜ਼ਿਊਮ ਕਰ ਸਕਦਾ ਗਾ। ਜਿੱਦਾਂ 45 ਤੋਂ 65% ਆਫ ਕੈਲੋਰੀਜ਼ ਇੱਕ ਦਿਨ ਵਿੱਚ ਇੱਕ ਡਾਈਟ ਦੁਆਰਾ ਕੰਜ਼ਿਊਮ ਕੀਤੀਆਂ ਜਾ ਸਕਦੀਆਂ ਨੇ। ਉਦਾਹਰਨ ਦੇ ਤੌਰ 'ਤੇ ਜੇਕਰ ਇੱਕ ਪਰਸਨ 2000 ਕੈਲੋਰੀਜ਼ ਇੱਕ ਦਿਨ ਵਿੱਚ ਕੰਜ਼ਿਊਮ ਕਰਦਾ ਤਾਂ ਉਸਨੂੰ ਕੀ ਹੁੰਦਾ ਗਾ? ਉਹ 11,025 ਤੋਂ 11,052 ਕੈਲੋਰੀਜ਼ ਹੋਰ ਬਣਾਉਣੀ ਚਾਹੀਦੀਆਂ ਹਨ ਉਸਨੂੰ। ਇਸ ਤੋਂ ਬਾਅਦ ਗੱਲ ਆਉਂਦੀ ਆਪਣੀ, ਜਿੱਦਾਂ 1 ਗ੍ਰਾਮ ਕਾਰਬੋਹਾਈਡਰੇਟਸ ਇਕੁਅਲ ਹੈਗਾ ਗਾ 4 ਕੈਲੋਰੀਜ਼। ਇਸ ਤੋਂ ਬਾਅਦ ਗੱਲ ਆਉਂਦੀ ਚਿਕਨਾਈ ਦੀ। ਚਿਕਨਾਈ ਕੀ ਹੁੰਦੀ ਹੈ? ਇਹ ਫੈਟੀ ਐਸਿਡ ਅਤੇ ਗਲਾਈਕਰੋਲ ਤੋਂ ਬਣੇ ਹੁੰਦੇ ਹਨ, ਅਤੇ ਜਿਹੜਾ ਗਲਾਈਕਰੋਲ ਦਾ ਅਣੂ ਹੁੰਦਾ ਗਾ, ਇੱਕ ਅਣੂ, ਹਰੇਕ ਅਣੂ ਉਹ 3 ਫੈਟੀ ਐਸਿਡਸ ਦੇ ਨਾਲ ਅਟੈਚ ਜੁੜਿਆ ਹੁੰਦਾ ਗਾ। ਇਹ ਜਿਹੜੀ ਫੈਟਸ ਹੁੰਦੀ ਹੈਗੀ ਇਹਦਾ 2 ਟਾਈਪਸ ਹੁੰਦੀਆਂ। ਵੈਲਸਡ ਫੈਟ ਇਹ ਹੁੰਦੀ ਆ ਜਿਹੜੀ ਐਨੀਮਲ ਯਾਨੀ ਜਾਨਵਰਾਂ ਤੋਂ ਪ੍ਰਾਪਤ ਕੀਤੀ ਜਾਂਦੀ ਆ, ਫੋਰ ਐਗਜ਼ਾਮਪਲ ਘਿਓ, ਮੱਖਣ ਆਦਿ ਵਗੈਰਾ। ਇਸ ਤੋਂ ਬਾਅਦ ਹੁੰਦੀ ਆ ਅਨਵੈਲਸਡ ਫੈਟ, ਇਹ ਪਲਾਂਟਸ ਤੋਂ ਪ੍ਰਾਪਤ ਕੀਤੀ ਜਾਂਦੀ ਹੈ, ਅਤੇ ਇਸ ਲਈ ਇਸ ਨੂੰ ਅਨਵੈਲਸਡ ਫੈਟ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਗਰਾਊਂਡਨਟ, ਸੋਇਆਬੀਨ, ਕੋਕੋਨਟ ਆਦਿ। ਇਸ ਤੋਂ ਬਾਅਦ ਇਸ ਦੇ ਸੋਰਸ ਹੁੰਦੇ ਆ ਜਾਨਵਰਾਂ ਤੋਂ ਅਤੇ ਪਲਾਂਟਸ ਤੋਂ। ਜਾਨਵਰਾਂ ਤੋਂ ਜਿੱਦਾਂ ਘਿਓ, ਮੱਖਣ, ਮੱਛੀ ਦਾ ਤੇਲ ਵਗੈਰਾ ਹੋ ਗਿਆ, ਅਤੇ ਇਸ ਵਿੱਚ ਕੀ ਹੁੰਦਾ ਹੈਗਾ? ਜਿਹੜੇ ਫੈਟੀ ਐਸਿਡ ਹੁੰਦੇ ਨੇ ਉਹਨਾਂ ਵਿੱਚ ਵਿਟਾਮਿਨ ਏ ਅਤੇ ਡੀ ਭਰਪੂਰ ਹੁੰਦਾ ਗਾ। ਸੈਕਿੰਡ ਹੁੰਦੀ ਆ ਫਰੋਮ ਪਲਾਂਟਸ, ਇਸ ਵਿੱਚ ਗਰਾਊਂਡਨਟ ਆਇਲ ਹੁੰਦਾ, ਮਸਟਰਡ ਆਇਲ, ਸਨਫਲਾਵਰ ਆਇਲ, ਸੋਇਆਬੀਨ ਆਇਲ ਆਦਿ ਵਗੈਰਾ ਹੁੰਦੇ ਨੇ। ਰਿਕੁਆਇਰਮੈਂਟ ਕਿੰਨੀ ਹੁੰਦੀ ਹੈਗੀ? 20 ਤੋਂ 30% ਆਫ ਇੱਕ ਵਿਅਕਤੀ ਜਿਹੜੀ ਫੈਟ ਦੀ ਕੰਜ਼ਿਊਮ ਕਰ ਸਕਦਾ ਇੱਕ ਦਿਨ ਵਿੱਚ। ਜਿਵੇਂ 1 ਗ੍ਰਾਮ ਫੈਟ ਵਿੱਚ 9 ਕੈਲੋਰੀਜ਼ ਹੁੰਦੀਆਂ। ਹੁਣ ਗੱਲ ਕਰਦੇ ਇਸ ਦੇ ਕੰਮਾਂ ਦੀ। ਇਹ ਕੀ ਕਰਦੇ? ਇਹ ਸਰੀਰ ਨੂੰ ਗਰਮ ਅਤੇ ਊਰਜਾ ਪ੍ਰਦਾਨ ਕਰਦਾ ਗਾ। ਇਸ ਨਾਲ ਇਹ ਵਿਟਾਮਿਨ ਏ, ਡੀ, ਈ, ਕੇ ਪ੍ਰੋਵਾਈਡ ਕਰਦਾ ਗਾ। ਇਸ ਤੋਂ ਬਾਅਦ ਡੈਫੀਸ਼ੈਂਸੀ ਆਫ ਫੈਟ ਦੀ ਡੈਫੀਸ਼ੈਂਸੀ ਕੀ ਹੁੰਦੀ ਹੈਗੀ? ਇਸ ਨਾਲ ਡਰਾਈਨੈਸ ਆਫ ਸਕਿਨ ਯਾਨੀ ਚਮੜੀ 'ਤੇ ਖੁਸ਼ਕੀ ਆ ਜਾਂਦੀ ਹੈਗੀ, ਅਤੇ ਇਹਨਾਂ ਨਾਲ ਫਿਰਨੋਡਰਮਾ ਨਾਮ ਦੀ ਬਿਮਾਰੀ ਹੋ ਜਾਂਦੀ ਹੈ। ਚਿਕਨਾਈ ਦੀ ਜ਼ਿਆਦਾ ਮਾਤਰਾ ਨਾਲ ਮੋਟਾਪਾ ਹੋ ਜਾਂਦਾ ਹੈਗਾ। ਇਸ ਨਾਲ ਕੀ ਹੁੰਦਾ ਗਾ? ਪਿਸ਼ਾਬ ਦੀ ਪੱਥਰੀਆਂ ਵਗੈਰਾ, ਜਦੋਂ ਜ਼ਿਆਦਾ ਮਾਤਰਾ ਵਿੱਚ ਚਿਕਨਾਈ ਲੈਂਦੇ ਤਾਂ ਪਿਸ਼ਾਬ ਦੀਆਂ ਪੱਥਰੀਆਂ ਵਗੈਰਾ ਬਣ ਜਾਂਦੀਆਂ ਹਨ।
ਹੁਣ ਗੱਲ ਕਰਦੇ ਹਾਂ ਮਿਨਰਲਸ ਦੀ, ਯਾਨੀ ਖਣਿਜ ਪਦਾਰਥ। ਖਣਿਜ ਕੀ ਹੁੰਦੇ ਹੈਗੇ? ਇਹ ਆਮ ਤੌਰ 'ਤੇ ਪਹਾੜੀ ਇਲਾਕਿਆਂ 'ਤੇ ਪਥਰੀਲੇ ਇਲਾਕਿਆਂ ਵਿੱਚ ਲੱਭਦੇ ਹਨ। ਅਤੇ ਇਹ ਕੀ ਹੁੰਦੇ ਆ, ਜਿਹੜੇ ਮਿਨਰਲਸ ਹੁੰਦੇ ਨੇ ਉਹ ਮੈਦਾਨਾਂ ਵਿੱਚ ਵਰਖਾ ਜਾਂ ਹੋਰ ਤਰੀਕਿਆਂ ਨਾਲ ਮੈਦਾਨਾਂ ਤੱਕ ਪਹੁੰਚ ਜਾਂਦੇ ਹਨ। ਅਤੇ ਇਹ ਇਸ ਵਿੱਚ ਕੀ ਹੁੰਦੇ ਹੈਗੇ, ਇਹ ਫਲਾਂ ਅਤੇ ਸਬਜ਼ੀਆਂ ਜਿਹੜੇ ਉਹਨਾਂ ਇਲਾਕਿਆਂ ਵਿੱਚ ਉਗਾਏ ਜਾਂਦੇ ਹਨ ਉਹਨਾਂ ਵਿੱਚ ਸ਼ਾਮਲ ਹੋ ਜਾਂਦੇ ਹਨ। ਅਤੇ ਜਿਹੜੇ ਮਿਨਰਲ ਹੁੰਦੇ ਆ ਉਹ ਫਰੂਟਸ ਅਤੇ ਵੈਜੀਟੇਬਲ ਨੂੰ ਰਾਹੀਂ ਮਨੁੱਖਾਂ ਅਤੇ ਜਾਨਵਰਾਂ ਨੂੰ ਪੌਸ਼ਟਿਕ ਪ੍ਰਦਾਨ ਕਰਦੇ ਹਨ। ਇਹਦੇ ਵਿੱਚ ਕੁਝ ਇੰਪੋਰਟੈਂਟ ਮਿਨਰਲ ਹੁੰਦੇ ਨੇਗੇ। ਵੈਸੇ ਤਾਂ 24 ਮਿਨਰਲ ਰਿਕੁਆਇਰਡ ਹੁੰਦੇ ਨੇ ਹਿਊਮਨ ਬੋਡੀ ਲਈ, ਜਿੱਦਾਂ ਆਇਰਨ, ਆਇਓਡੀਨ, ਮੈਗਨਾਈਜ਼, ਕਾਪਰ, ਫਲੋਰਾਈਡ। ਇਸ ਤੋਂ ਬਾਅਦ ਗੱਲ ਕਰਦੇ ਹਾਂ ਸੋਰਸਿਸ ਆਫ ਮਿਨਰਲ। ਸੋਰਸਿਸ ਆਫ ਮਿਨਰਲ ਦੇ ਕਿਹੜੇ ਹੁੰਦੇ ਆ? ਵਾਟਰ, ਫਰੂਟਸ, ਵੈਜੀਟੇਬਲ ਐਂਡ ਐਨੀਮਲਸ। ਇਹ ਮਿਨਰਲਸ ਦੇ ਫੰਕਸ਼ਨ ਦੀ ਗੱਲ ਕਰੀਏ ਤਾਂ ਇਹ ਮਨੁੱਖੀ ਸਰੀਰ ਦੇ ਬੋਡੀ ਨੂੰ ਬਣਾਉਣ ਵਿੱਚ ਸਹਾਇਤਾ ਕਰਦੇ ਹਨ। ਇਸ ਤੋਂ ਇਲਾਵਾ ਇਹ ਜਿਹੜੇ ਹੱਡੀਆਂ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਦੇ ਰੂਪ ਵਿੱਚ ਮਿਲਦੇ ਹਨ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਇੰਪੋਰਟੈਂਟ ਮਿਨਰਲਸ ਕਿਹੜੇ ਕਿਹੜੇ ਹੁੰਦੇ ਆ? ਕੈਲਸ਼ੀਅਮ, ਸੋਡੀਅਮ, ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਆਇਓਡੀਨ, ਫਲੋਰੀਨ ਆਦਿ। ਇਹ ਕੀ ਹੁੰਦਾ? ਕੈਲਸ਼ੀਅਮ ਹੁੰਦਾ ਗਾ ਜਿਹੜਾ ਇਹ ਦੰਦਾਂ ਅਤੇ ਹੱਡੀਆਂ ਲਈ ਜ਼ਰੂਰੀ ਹੁੰਦਾ ਗਾ। ਸੋਡੀਅਮ ਹੁੰਦਾ ਗਾ, ਇਹ ਮਿਨਰਲ ਜਿਹੜਾ ਹੁੰਦਾ ਗਾ ਇਹ ਖੁਰਾਕ ਵਿੱਚ ਜ਼ਰੂਰੀ ਹੁੰਦਾ ਗਾ, ਕਿਉਂਕਿ ਕਿਸੇ ਵੀ ਖੁਰਾਕ ਨੂੰ ਬਿਨਾਂ ਨਮਕ ਦੇ ਟੇਸਟਲੈਸ ਹੋ ਜਾਂਦੀ ਹੈ ਕੋਈ ਵੀ ਖੁਰਾਕ। ਇਸ ਤੋਂ ਬਾਅਦ ਗੱਲ ਆਉਂਦੀ ਆ ਫਾਸਫੋਰਸ। ਇਹ ਸਾਰੇ ਫੂਡ ਪਦਾਰਥਾਂ ਵਿੱਚ ਪਾਇਆ ਜਾਂਦਾ ਗਾ, ਅਤੇ ਪਰ ਇਹ ਕੀ ਹੁੰਦੀ ਹੈ, ਇਟਸ ਡੈਫੀਸ਼ੈਂਸੀ ਜਿਹੜੀ ਹੁੰਦੀ ਹੈ, ਇਹਦੀ ਘਾਟ ਹੈਗੀ ਉਹ ਮਨੁੱਖੀ ਬੋਡੀ ਵਿੱਚ ਬਹੁਤ ਘੱਟ ਹੀ ਹੁੰਦੀ ਆ, ਨਾਮਾਂਤਰੀ ਹੁੰਦੀ ਆ। ਪੋਟਾਸ਼ੀਅਮ ਕੀ ਹੁੰਦਾ ਗਾ? ਪੋਟਾਸ਼ੀਅਮ ਦਿਲ ਦੇ ਅਤੇ ਕਿਡਨੀਆਂ ਯਾਨੀ ਗੁਰਦਿਆਂ ਦੇ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਗਾ, ਅਤੇ ਇਸ ਦੀ ਘਾਟ ਨਾਲ ਹਾਈਪਰਟੈਂਸ਼ਨ, ਹਾਰਟ ਡਿਜ਼ੀਜ਼ ਜਾਂ ਪੈਰਾਲਾਈਜ਼ਸ, ਕੈਂਸਰ ਵਗੈਰਾ ਆਦਿ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਮੈਗਨੀਸ਼ੀਅਮ ਹੁੰਦਾ ਹੈਗਾ, ਇਹ ਹੱਡੀਆਂ ਅਤੇ ਸੈਲਜ਼ ਜਿਹੜੇ ਮਨੁੱਖੀ ਸਰੀਰ ਵਿੱਚ ਹੁੰਦੇ ਦੀਆਂ ਹੱਡੀਆਂ ਅਤੇ ਸੈਲਜ਼ ਵਿੱਚ ਪਾਇਆ ਜਾਂਦਾ ਗਾ। ਆਇਰਨ ਮਨੁੱਖੀ ਬੋਡੀ ਵਿੱਚ ਹੋਮੋਗਲੋਬਿਨ ਲਈ ਬਹੁਤ ਜ਼ਰੂਰੀ ਹੈ, ਅਤੇ ਜਿਹੜੇ ਰੈੱਡ ਬਲੱਡ ਸੈੱਲ ਹੁੰਦੇ ਨੇਗੇ ਉਹ ਇਸ ਦੀ ਮੌਜੂਦਗੀ ਵਿੱਚ ਬਣ ਨਹੀਂ ਸਕਦੇ, ਇਸ ਦੀ ਮੌਜੂਦਗੀ ਤੋਂ ਬਿਨਾਂ ਬਣ ਨਹੀਂ ਸਕਦੇ। ਇਸ ਤੋਂ ਬਾਅਦ ਗੱਲ ਆਉਂਦੀ ਹੈ ਆਇਓਡੀਨ ਕੀ ਹੁੰਦਾ ਗਾ? ਸਰੀਰ ਦੇ ਵਾਧੇ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਸ ਦੀ ਘਾਟ ਨਾਲ ਕੀ ਹੁੰਦੀ ਹੈਗੀ? ਗਾਇਓਟੇਰ ਯਾਨੀ ਗਿੱਲਣ ਨਾਮ ਦਾ ਰੋਗ ਹੋ ਜਾਂਦਾ ਗਾ। ਇਹ ਤਾਂ ਸੀਗੀ ਆਪਣੀ ਮਿਨਰਲਸ। ਹੁਣ ਗੱਲ ਕਰਦੇ ਹਾਂ ਵਿਟਾਮਿਨਸ ਦੇ ਕੀ ਹੁੰਦੇ ਹੈਗੀਆਂ? 6 ਟਾਈਪਸ ਹੁੰਦੀਆਂ ਵਿਟਾਮਿਨਸ ਦੀਆਂ, A, B, C, D, E, K। ਵਿਟਾਮਿਨਸ ਕੀ ਹੁੰਦੇ ਹੈਗੇ? ਇਹਨਾਂ ਦੇ ਅਲੱਗ ਅਲੱਗ ਕੈਟਾਗਰੀਜ਼ ਹੁੰਦੀਆਂ, ਜਿੱਦਾਂ ਫੈਟ ਸੋਲੇਬਲ ਵਿਟਾਮਿਨ ਜਿਹੜੇ ਚਿਕਨਾਈ ਵਿੱਚ ਘੁਲਣਸ਼ੀਲ ਵਿਟਾਮਿਨ ਕਿਹੜੇ ਹੁੰਦੇ ਹਨ? ਵਿਟਾਮਿਨ A, D, E, K। ਉਸ ਤੋਂ ਬਾਅਦ ਸੈਕਿੰਡ ਕੈਟਾਗਰੀ ਹੁੰਦੀ ਆ ਵਾਟਰ ਸੋਲੇਬਲ ਵਿਟਾਮਿਨ। ਇਹ ਹੁੰਦੇ ਨੇ ਵਿਟਾਮਿਨ B ਐਂਡ C ਵਿਟਾਮਿਨ। ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਅੱਗੇ ਵਿਟਾਮਿਨ A ਬਾਰੇ। ਵਿਟਾਮਿਨ A ਕੀ ਹੁੰਦਾ ਗਾ? ਵਿਟਾਮਿਨ A ਦੀਆਂ 2 ਟਾਈਪਸ ਹੁੰਦੀਆਂ ਨੇ। ਪਹਿਲੀ ਪਰਫੋਰਮਡ ਵਿਟਾਮਿਨ A, ਇਹ ਜਾਨਵਰਾਂ ਜਗਤ ਤੋਂ ਪ੍ਰਾਪਤ ਕੀਤਾ ਜਾਂਦਾ, ਜਿੱਦਾਂ ਮੀਟ, ਮੱਛੀ, ਡੇਅਰੀ ਪ੍ਰੋਡਕਟਸ ਵਗੈਰਾ ਤੋਂ ਪ੍ਰਾਪਤ ਹੁੰਦਾ। B ਟਾਈਪ 'ਚ ਪ੍ਰੋ ਵਿਟਾਮਿਨ A, ਇਹ ਪਲਾਂਟਸ ਵਗੈਰਾ ਤੋਂ ਪ੍ਰਾਪਤ ਕੀਤਾ ਜਾਂਦਾ, ਅਤੇ ਇਹ ਸੋਇਆਬੀਨ, ਕੋਕੋਨਟ, ਮਸਟਰਡ ਆਦਿ ਵਗੈਰਾ ਵਿੱਚ ਮਿਲਦਾ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਡੈਫੀਸ਼ੈਂਸੀ ਆਫ ਵਿਟਾਮਿਨ A। ਡੈਫੀਸ਼ੈਂਸੀ ਆਫ ਵਿਟਾਮਿਨ A ਕੋਜ਼ ਇਹਦੇ ਨਾਲ ਕੀ ਹੁੰਦਾ? ਨਾਈਟ ਬਲਾਈਂਡਨੈਸ ਯਾਨੀ ਅੰਧਰਾਤਾ ਹੋ ਜਾਂਦਾ ਗਾ, ਅਤੇ ਵਿਟਾਮਿਨ A ਦੀ ਲੋੜ
ਕਿੰਨੀ ਹੁੰਦੀ ਹੈ 0 ਤੋਂ 6 ਮਹੀਨਿਆਂ ਦੇ ਨੂੰ 400 ਮਿਲੀਗ੍ਰਾਮ ਪਰ ਡੇ, 7 ਤੋਂ 12 ਮਹੀਨਿਆਂ ਦੇ ਨੂੰ 500 ਮਾਈਕਰੋਗ੍ਰਾਮ ਪਰ ਡੇ ਆਦਿ। ਇਸ ਤੋਂ ਬਾਅਦ ਗੱਲ ਕਰਦੇ ਆਪਾਂ ਵਿਟਾਮਿਨ ਡੀ ਦੀ। ਵਿਟਾਮਿਨ ਡੀ ਕੀ ਹੁੰਦਾ ਗਾ? ਫੈਟ ਸੋਲੇਬਲ ਵਿਟਾਮਿਨ ਹੁੰਦਾ ਗਾ। ਇਹਦੀਆਂ ਕੀ ਹੁੰਦੀਆਂ? 2 ਟਾਈਪਸ ਵਿਟਾਮਿਨ ਹੁੰਦੇ ਆ, ਵਿਟਾਮਿਨ D2, ਵਿਟਾਮਿਨ D3। ਵਿਟਾਮਿਨ B3 ਹੁੰਦਾ ਜਿਹੜਾ ਕੋਲੀਕੈਲਸੀਫਿਰੋਲ, ਇਹਦਾ ਕੈਮੀਕਲ ਨੇਮ ਹੈਗਾ। ਇਹਦੇ ਫੰਕਸ਼ਨ ਕੀ ਹੁੰਦੇ ਹੈਗੇ? ਇਹ ਦੰਦਾਂ ਦੇ ਵਿਕਾਸ ਅਤੇ ਹੱਡੀਆਂ ਦੇ ਵਿਕਾਸ ਲਈ ਜ਼ਰੂਰੀ ਹੁੰਦੇ ਅਤੇ ਇਹ ਬੱਚਿਆਂ ਨੂੰ ਰਿਕਟਸ ਨਾਮੀ ਰੋਗ ਤੋਂ ਬਚਾਉਂਦਾ ਹੈਗਾ। ਇਸ ਤੋਂ ਬਾਅਦ ਡੈਫੀਸ਼ੈਂਸੀ ਆਫ ਵਿਟਾਮਿਨ, ਇਹਦੇ ਨਾਲ ਕੀ ਹੁੰਦਾ? ਹੱਡੀਆਂ ਵਿੱਚ ਕਮਜ਼ੋਰੀ ਆ ਜਾਂਦੀ ਆ ਅਤੇ ਇਹਦੇ ਨਾਲ ਹਾਰਟ ਪ੍ਰੋਬਲਮਸ ਵੀ ਹੋ ਜਾਂਦੀਆਂ। ਇਸ ਦੀ ਜ਼ਿਆਦਾ ਮਾਤਰਾ, ਵਿਟਾਮਿਨ ਡੀ ਦੀ ਜ਼ਿਆਦਾ ਮਾਤਰਾ ਹਾਈਪਰਟੈਂਸ਼ਨ, ਕੈਲਸਟ੍ਰੋਲ, ਹਾਰਟ ਡਿਜ਼ੀਜ਼ ਵਗੈਰਾ ਆਦਿ ਹੋ ਜਾਂਦੀਆਂ ਹਨ। ਰਿਕੁਆਇਰਮੈਂਟ ਆਫ ਵਿਟਾਮਿਨ ਡੀ, ਵਿਟਾਮਿਨ ਡੀ ਦੀ ਜਿਹੜੇ ਬੱਚਿਆਂ ਲਈ 10 ਮਾਈਕਰੋਗ੍ਰਾਮ ਰਿਕੁਆਇਰਮੈਂਟ ਹੁੰਦੀ ਆ ਅਤੇ 1 ਤੋਂ 40 ਸਾਲ ਦੇ ਲਈ 15 ਮਾਈਕਰੋਗ੍ਰਾਮ ਅਤੇ 40 ਤੋਂ ਉੱਪਰਦਿਆਂ ਨੂੰ ਇਸ ਦੀ 20 ਮਾਈਕਰੋਗ੍ਰਾਮ ਲੋੜ ਹੁੰਦੀ ਆ। ਇਸ ਤੋਂ ਬਾਅਦ ਗੱਲ ਕਰਦੇ ਹਾਂ ਵਿਟਾਮਿਨ ਈ ਦੀ। ਵਿਟਾਮਿਨ ਈ ਦੀ ਕੀ ਹੈਗਾ? ਇਹ ਰੈੱਡ ਬਲੱਡ ਸੈਲਸ ਜਿਹੜੇ ਹੁੰਦੇ ਹੈਗੇ ਉਹ ਪ੍ਰੋਡਿਊਸ ਕਰਦਾ ਹੈਗਾ ਅਤੇ ਇਹਦੇ ਨਾਲ ਕੀ ਹੁੰਦਾ ਗਾ? ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ, ਜਿੱਦਾਂ ਇਨਫਰਟੀਲਿਟੀ ਆਦਿ ਵਗੈਰਾ। ਇਹਦੇ ਫੰਕਸ਼ਨ ਹੁੰਦੇ ਆ ਜਿਹੜੇ ਉਹ ਹਾਰਮੋਨ, ਬੋਡੀ ਵਿੱਚ ਹਾਰਮੋਨ ਦੇ ਸੰਤੁਲਨ ਲਈ ਲੋੜ ਹੁੰਦੀ ਹੈ ਇਸਦੀ। ਅਤੇ ਇਹਦੀ ਡੈਫੀਸ਼ੈਂਸੀ ਨਾਲ ਕੀ ਹੋ ਜਾਂਦਾ ਗਾ? ਇਹਦੇ ਨਾਲ ਇਮਿਊਨਿਟੀ ਹੈ ਜਿਹੜੀ, ਰੋਗ ਪ੍ਰਤੀਰੋਧਕ ਸ਼ਕਤੀ ਘੱਟ ਜਾਂਦੀ ਹੈ ਅਤੇ ਇਸ ਨਾਲ ਮੈਂਟਲ ਇਲਨੈਸ ਵਗੈਰਾ ਵੀ ਹੋ ਜਾਂਦੀ ਆ। ਇਸ ਦੀ ਜ਼ਿਆਦਾ ਮਾਤਰਾ ਦੇ ਨਾਲ ਥਕਾਵਟ ਰਹਿਣ ਲੱਗ ਜਾਂਦੀ ਆ, ਸਿਰ ਦਰਦ, ਦਸਤ ਵਗੈਰਾ ਆਦਿ ਹੋ ਜਾਂਦੇ ਨੇ। ਅਤੇ ਇਹਦੀ ਹਰ ਰੋਜ਼ ਲੋੜ 1 ਤੋਂ 3 ਸਾਲ ਦੇ ਬੱਚਿਆਂ ਲਈ ਕੀ ਹੁੰਦੀ ਹੈਗੀ? 6 ਮਿਲੀਗ੍ਰਾਮ ਪਰ ਡੇ ਹੁੰਦੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਵਿਟਾਮਿਨ ਕੇ ਦੀ। ਵਿਟਾਮਿਨ ਕੇ ਹੁੰਦੇ ਹੈਗੇ ਜਿਹੜੇ ਉਹਦੇ ਕੀ ਹੁੰਦੀ ਹੈ? ਇਹ ਬਲੱਡ ਦੇ ਕਲੌਟ ਬਣਾਉਣ ਵਿੱਚ ਮਦਦ ਕਰਦਾ ਗਾ, ਯਾਨੀ ਇਸ ਨੂੰ ਕੋਆਗੂਲੇਸ਼ਨ ਆਫ ਬਲੱਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਯਾਨੀ ਖੂਨ ਦਾ ਜਮਾ ਕਰਦਾ। ਇਸ ਦੀ ਘਾਟ ਨਾਲ ਕੀ ਹੁੰਦਾ ਗਾ? ਜਿਹੜਾ ਕੋਈ ਵੀ ਇੰਜਰੀ ਵਗੈਰਾ ਹੋਣ 'ਤੇ ਬਲੱਡ ਨਹੀਂ ਰੁਕਦਾ, ਯਾਨੀ ਖੂਨ ਵਗਦਾ ਰਹਿੰਦਾ ਗਾ। ਤਾਂ ਇਸ ਲਈ ਇਹ ਖੂਨ ਦੇ ਜਮਾਅ ਲਈ ਬਹੁਤ ਜ਼ਰੂਰੀ ਹੁੰਦਾ। ਇਹਦਾ ਮੇਨ ਫੰਕਸ਼ਨ ਖੂਨ ਦਾ ਜਮਾ ਕਰਨਾ ਹੀ ਹੁੰਦਾ ਹੈ। ਇਸ ਤੋਂ ਬਾਅਦ ਇਸ ਦੀ ਰਿਕੁਆਇਰਮੈਂਟ ਕੀ ਹੁੰਦੀ ਹੈਗੀ? ਇਹਦੀ ਕੋਈ ਸਪੈਸ਼ਲ ਡਾਈਟ ਨਹੀਂ ਹੁੰਦੀ। ਇਹਦੇ ਵਿੱਚ 2 ਤੋਂ 5 ਮਾਈਕਰੋਗ੍ਰਾਮ ਪਰ ਡੇ ਬੱਚਿਆਂ ਲਈ ਲੋੜ ਹੁੰਦੀ ਹੈ ਇਸਦੀ। ਇਸ ਤੋਂ ਬਾਅਦ ਗੱਲ ਕਰਦੇ ਹਾਂ ਵਿਟਾਮਿਨ ਬੀ। ਵਿਟਾਮਿਨ ਬੀ ਦੇ ਕਈ ਟਾਈਪਸ ਹੁੰਦੀਆਂ ਅੱਗੇ। ਫਸਟ ਥਾਇਆਮਾਈਨ, ਯਾਨੀ ਵਿਟਾਮਿਨ ਬੀ, ਇਹ ਵਿਟਾਮਿਨ B1 ਹੁੰਦਾ। ਰਿਬੋਫਲੇਵਿਨ, ਇਹ ਵਿਟਾਮਿਨ 2 ਦਾ ਨੇਮ ਆ। ਪੈਰੀਡੋਕਸਿਨ, ਵਿਟਾਮਿਨ B6। ਸਾਈਕਲੋਬਾਲਾਮਿਨ, ਵਿਟਾਮਿਨ B12। ਇਹਦੀਆਂ ਅਲੱਗ-ਅਲੱਗ ਟਾਈਪਸ ਹੁੰਦੀਆਂ ਵਿਟਾਮਿਨ ਬੀ ਦੀਆਂ। ਇਸ ਤੋਂ ਬਾਅਦ ਵਿਟਾਮਿਨ ਸੀ। ਵਿਟਾਮਿਨ ਸੀ ਨੂੰ ਐਸਕੋਰਬਿਕ ਐਸਿਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ ਮਿਸ਼ਰਣ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਇਸ ਦੇ ਫੰਕਸ਼ਨ ਦੀ। ਇਹ ਟਿਸ਼ੂਜ਼ ਦੇ ਗਠਨ ਅਤੇ ਉਹਨਾਂ ਦੀ ਮੁਰੰਮਤ ਲਈ ਜ਼ਰੂਰੀ ਹੁੰਦਾ ਹੈ। ਇਹ ਦੰਦਾਂ ਦੇ ਇਨੈਮਲ ਲਈ ਜ਼ਰੂਰੀ ਹੁੰਦਾ। ਡਾਈਜੈਸ਼ਨ, ਆਇਰਨ ਦੇ ਡਾਈਜੈਸ਼ਨ ਲਈ ਜ਼ਰੂਰੀ ਹੁੰਦਾ ਹੈਗਾ। ਅਤੇ ਜਿਹੜੇ ਸੋਰਸਿਸ ਹੁੰਦੇ ਆ ਸਿਟਰਸ ਫਰੂਟ, ਯਾਨੀ ਖੱਟੇ ਪਦਾਰਥਾਂ ਵਿੱਚੋਂ ਮਿਲਦਾ ਹੈਗਾ, ਜਿਵੇਂ ਆਮਲਾ, ਔਰੇਂਜ, ਲੈਮਨ, ਪਾਈਨਐਪਲ, ਟਮੈਟੋ ਆਦਿ ਵਗੈਰਾ। ਅਤੇ ਇਸ ਦੀ ਘਾਟ ਕੀ ਹੁੰਦੀ ਹੈਗੀ? ਇਸ ਦੀ ਘਾਟ ਦੇ ਨਾਲ ਸਕਰਬੀ ਨਾਮ ਦਾ ਰੋਗ ਹੋ ਜਾਂਦਾ ਹੈਗਾ। ਇਸ ਦੀ ਡੇਲੀ ਰਿਕੁਆਇਰਮੈਂਟ 20 ਤੋਂ 40, ਇੱਕ ਬੱਚੇ ਲਈ 20 ਤੋਂ 40 ਮਿਲੀਗ੍ਰਾਮ ਲੋੜ ਹੁੰਦੀ ਹੈ ਇਹਦੀ ਹਰ ਰੋਜ਼। ਇਸ ਤੋਂ ਬਾਅਦ ਗੱਲ ਆਉਂਦੀ ਹੈ ਲਾਸਟ ਵਾਟਰ, ਯਾਨੀ ਪਾਣੀ ਦੀ। ਪਾਣੀ ਕੀ ਹੈਗਾ? ਪਾਣੀ ਸਭ ਤੋਂ ਇੰਪੋਰਟੈਂਟ ਛੇਵਾਂ ਪੌਸ਼ਟਿਕ ਤੱਤ ਹੈਗਾ ਅਤੇ ਮਨੁੱਖੀ ਬੋਡੀ ਵਿੱਚ 70% ਪਾਣੀ ਹੁੰਦਾ ਹੈਗਾ। ਪਾਣੀ ਕੀ ਹੈ? ਪਾਣੀ
ਅਜਿਹਾ ਪੌਸ਼ਟਿਕ ਤੱਤ ਹੈ ਜਿਸ ਬਿਨਾਂ ਮਨੁੱਖੀ ਜੀਵਨ ਅਸੰਭਵ ਹੈ। ਇਸ ਦੇ ਫੰਕਸ਼ਨ ਕੀ ਹੁੰਦੇ ਆ? ਇਹ ਬੋਡੀ ਟੈਂਪਰੇਚਰ ਨੂੰ ਰੈਗੂਲਰ ਨਿਰੰਤਰਨ ਕਰਦਾ ਗਿਆ। ਇਸ ਦੀ ਰਿਕੁਆਇਰਮੈਂਟ ਕੀ ਹੁੰਦੀ ਹੈਗੀ? ਇੱਕ ਸਿਹਤਮੰਦ ਵਿਅਕਤੀ ਲਈ ਹਰ ਰੋਜ਼ 8 ਤੋਂ 10 ਗਲਾਸ ਪਾਣੀ ਦੇ ਪੀਣੇ ਚਾਹੀਦੇ ਹਨ। ਪਾਣੀ ਦੀ ਘਾਟ ਨਾਲ ਕੀ ਹੁੰਦੇ ਆ? ਬਿਮਾਰ ਰਹਿਣ ਲੱਗ ਜਾਂਦੇ ਨੇ, ਸਿਕਨੈਸ ਹੋ ਜਾਂਦੀ ਆ, ਅਤੇ ਇਸ ਦੀ ਘਾਟ ਨਾਲ ਡਾਈਜੈਸ਼ਨ ਸਿਸਟਮ ਜਿਹੜਾ ਡਿਸਟਰਬ ਹੁੰਦਾ ਗਾ, ਅਤੇ ਉਸ ਨਾਲ ਕੀ ਹੁੰਦਾ ਗਾ? ਕਿਡਨੀ ਵਗੈਰਾ ਨਾਲ ਸੰਬੰਧਿਤ ਬਿਮਾਰੀਆਂ ਹੋ ਜਾਂਦੀਆਂ ਹਨ। ਪਾਣੀ ਦੀ ਜ਼ਿਆਦਾ ਮਾਤਰਾ ਲੈਣ ਦੇ ਨਾਲ ਬੋਡੀ ਵਿੱਚ ਸਵੈਲਿੰਗ ਵਗੈਰਾ ਹੋ ਜਾਂਦੀ ਹੈ। ਸੋ ਸਟੂਡੈਂਟਸ, ਇਹ ਆਪਣੇ ਅੱਜ ਆਪਾਂ ਡਿਟੇਲ 'ਚ ਗੱਲ ਕੀਤੀ ਹੈ ਨਿਊਟ੍ਰੀਐਂਟਸ ਬਾਰੇ। ਥੈਂਕ ਯੂ।